ਵੀ ਇਹ ਜਿਹੜਾ ਸਾਡਾ ਪ੍ਰਾਹੁਣਾ ਬਣਿਆ ਇਹਦਾ ਹਿਸਾਬ ਕਿਤਾਬ ਜਿਹੜਾ ਫਕੀਰਾਂ ਵਰਗਾ, ਇਹਦਾ ਚਿਹਰਾ ਵੀ ਜਗਦਾ ਹੈ। ਉਹ ਸਗੋਂ ਗਰਮ ਹੋ ਗਈ ਹੋਣੀ, ਕਹਿੰਦੀ ਹੋਣੀ ਤੇਰਾ ਭਲਾ ਹੋ ਜੇ ਤੈਨੂੰ ਪਤਾ ਹੈ ਤੇ ਉਦੋਂ ਦੱਸ ਦਿੰਦਾ, ਉਦੋਂ ਹੀ ਮੋੜ ਦਿੰਦੇ ਵੀ ਆਉਣਾ ਕਾਤੋਂ ਸੀ। ਤਾਂ ਕਈ ਵਾਰੀ ਬੰਦੇ ਦੇ ਮੂੰਹ ਚੋਂ ਗੱਲ ਨਿਕਲ ਜਾਂਦੀ, ਉਹ ਫਸ ਵੀ ਜਾਂਦਾ ਜੇ ਆਖੋ ਸਤਨਾਮ, ਉਹ ਜ਼ਿਆਦਾ ਫਿਰ ਗੁੱਸਾ ਆ ਜਾਂਦਾ ਹੈ। ਕਹਿੰਦੇ ਮੈਂ ਇਹਦੀ ਵੇਖਣੀ ਤੋਂ, ਬਹਿਣੀ ਤੋਂ, ਉੱਠਣੀ ਤੋਂ ਉਸ ਦਿਨ ਅੰਦਾਜ਼ਾ ਲਾ ਲਿਆ ਸੀ ਇਹ ਕੋਈ ਭਲਾ ਪੁਰਸ਼ ਹੈ, ਇਹ ਕੋਈ ਦੁਨੀਆ ਨਾਲੋਂ ਵੱਖਰਾ ਹੀ ਜਾਪਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਤੇਰੀ। ਰੰਗੀ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਹੁੰਦੇ ਜੋ ਪਿਆਰੇ ਰੱਬ ਦੇ। ਰੰਗੀ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਹੁੰਦੇ ਜੋ ਪਿਆਰੇ ਰੱਬ ਦੇ। ਰੰਗੀ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਹੁੰਦੇ ਜੋ ਪਿਆਰੇ ਰੱਬ ਦੇ। ਰੰਗੀ ਹੱਸਦੇ ਰੰਗਾਂ ਦੇ ਰੋਂਦੇ ਨੇ, ਹੁੰਦੇ ਜੋ ਪਿਆਰੇ ਰੱਬ ਦੇ। ਰੰਗੀ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਹੁੰਦੇ ਜੋ ਪਿਆਰੇ ਰੱਬ ਦੇ। ਰੰਗੀ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਹੁੰਦੇ ਜੋ ਪਿਆਰੇ ਰੱਬ ਦੇ। ਰੰਗੀ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਹੁੰਦੇ ਜੋ ਪਿਆਰੇ ਰੱਬ ਦੇ। ਰੰਗੀ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਹੁੰਦੇ ਜੋ ਦੀ ਖੇਡ ਵੱਖਰੀ। ਆਪਾਂ ਸਿੱਧੀ ਧਾਰਨਾ ਪੜ੍ਹੀ, ਉਦਾਂ ਬਾਣੀ ਹੈ ਰੰਗ ਹੱਸੇ ਰੰਗ ਰੋਵੇ, ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀ ਕਿਸੈ ਕੇਰੀ ਆਸਾ ਦੀ ਵਾਰ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੀ ਮੌਜ ਉਹ ਜੀ ਕਰੇ ਤੇ ਰੋਈ ਜਾਂਦੇ। ਕਈ ਸਾਧੂ ਐਸੇ, ਉਹ ਸਾਧੂ ਕੀ ਕਹਿਣਾ, ਗੁਰੂ ਅੰਗਦ ਸਾਹਿਬ ਕਥਾ ਸੁਣਦੇ ਆ ਜਿਹੜੀ, ਇਤਿਹਾਸ ਕਹਿੰਦਾ ਵੀ ਮਹਾਰਾਜ ਕਈ ਵਾਰੀ ਜਿਉਂ ਲੱਗਦੇ ਰੋਣ, ਰੋਈ ਜਾਂਦੇ ਰੋਈ ਜਾਂਦੇ ਰੋਈ ਜਾਂਦੇ, ਤੇ ਜੇ ਚੁੱਪ ਕਰਦੇ ਤੇ ਕਈ ਦਿਨ ਚੁੱਪ ਹੀ ਕੀਤੇ ਨੇ, ਤੇ ਜੇ ਮਹਾਰਾਜ ਹੱਸਣ ਲੱਗਦੇ ਤੇ ਸਾਰਾ ਦਿਨ ਹੱਸੀ ਜਾਂਦੇ। ਐਸੀ ਅਵਸਥਾ ਹੋ ਜਾਂਦੀ ਰੱਬ ਦੇ ਪਿਆਰਿਆਂ ਦੀ। ਉਹ ਆਪਾਂ ਤੇ ਉਦੋਂ ਹੱਸਦੇ ਜਦੋਂ ਗੱਫਾ ਮਿਲੇ, ਤੇ ਰੋਨੇ ਉਦੋਂ ਜਦੋਂ ਧੱਕਾ ਵੱਜੇ, ਘਾਟਾ ਘੂਟਾ ਪੈ ਜੇ ਫਿਰ ਰੋਈਦਾ। ਤੇ ਜੇ ਗੱਫਾ ਮਿਲੇ ਫਿਰ ਤੇ 12 ਵੱਜ ਗਏ, ਕਹਿੰਦੇ ਸੌ ਜਾਓ, ਕਹਿੰਦੇ ਨਹੀਂ 2 ਵਜਾਉਣੇ ਆ, ਅਜੇ ਇੱਕ ਗੇੜਾ ਹੋਰ ਕੱਢਣਾ ਪਿੰਡ ਦਾ। ਆਖੋ ਵਾਹਿਗੁਰੂ। ਆਪਣਾ ਸਿਸਟਮ ਦੁਨੀਆ ਦਾ, ਜਬ ਕਛ ਪਾਵੇ ਤਬ ਗਰਭ ਕਰਤਾ ਹੈ। ਬਾਣੀ ਪੜੋ, ਜਬ ਕਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਭਗਤ ਰਵਿਦਾਸ ਜੀ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਦੌੜਿਓ ਫਿਰਦਾ ਹੈ। ਕਹਿੰਦੇ ਵੇਖ ਕਿੱਦਾਂ ਮਿੱਟੀ ਦਾ ਪੁਤਲਾ ਭੱਜਾ ਫਿਰਦਾ ਹੈ, ਕਦੇ ਵੇਂਦਾ ਵਾ, ਕਦੇ ਚੁੱਪ ਕਰ ਜਾਂਦਾ, ਕਦੇ ਐ ਨੂੰ ਭਜਾ ਦਿੰਦਾ ਗੱਡੀ, ਕਦੇ ਐ ਨੂੰ। ਇਹ ਮਾਂ ਭਗਤ ਜੀ ਦੀ ਬਾਣੀ ਹੈ, ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ। ਕਹਿੰਦੇ ਬੰਦੇ ਦੀ ਗੱਲ ਕੀਤੀ, ਕਹਿੰਦਾ ਹੈ ਮਿੱਟੀ, ਤੇ ਵੇਖ ਕਦੇ ਕਪੂਰਥਲੇ ਨਿਕਲ ਜਾਂਦਾ ਹੀ, ਕਦੇ ਚੰਡੀਗੜ੍ਹ ਨੂੰ ਚੱਲ ਜਾਂਦਾ, ਕਦੇ ਅਮਰੀਕਾ ਨੂੰ ਚੜ੍ਹ ਜਾਂਦਾ ਹੀ, ਕਦੇ ਕਨੇਡਾ ਜਾ ਵੜਦਾ ਹੀ। ਕਈ ਨਾ ਹਾਂ ਇਹ ਬਾਣੀ ਦੀ ਅਰਥ ਹੈ। ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ, ਦੇਖੈ ਦੇਖੈ ਸੁਣੈ ਬੋਲੇ। ਕਹਿੰਦੇ ਵੇਖ ਕਿੱਦਾਂ ਦੁਨੀਆ ਨਾਲ ਗੱਲਾਂ ਬਾਤਾਂ ਕਰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਬ ਕਛ ਪਾਵੇ, ਕਹਿੰਦੇ ਜਦੋਂ ਗੱਫਾ ਆਉਂਦਾ ਫਿਰ ਮੁੱਛ ਨੂੰ ਵੱਟ ਦੇ ਕੇ ਕਰਦਾ। ਤੇ ਜਦ ਮਾਇਆ ਗਈ ਤਬ ਰੋਣ ਲਗਤ ਹੈ। ਕਹਿੰਦੇ ਜਦੋਂ ਘਾਟਾ ਪੀਂਦਾ ਫਿਰ ਉੱਚੀ ਉੱਚੀ, ਬੁੱਢੇ ਬੰਦੇ ਮੈਂ ਵੇਖੇ ਉੱਚੀ ਉੱਚੀ ਰੋਂਦੇ।
मैं क्या बस कर जा, थोड़ा बहुत रोना रख लीए। ਇਹ ਸ਼ਬਦ ਮਹਾਰਾਜ ਦੇ ਆ ਵੀ ਉਹਨਾਂ ਨੂੰ ਦੁਨੀਆਦਾਰੀ ਨਾਲ ਕੋਈ ਨਹੀਂ। ਸੋ ਇਸ ਕਰਕੇ ਮੇਰੇ ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਸੁਨਿਆ ਜਰੰਗ ਨਾਨਕੀ ਬੈਨਾ ਪੁਨ ਸ੍ਰੀ ਨਾਨਕ ਸਬਦ ਰਹਿਣਾ। ਕਹਿੰਦੇ ਇਸ ਤਰ੍ਹਾਂ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਇਹਨਾਂ ਦੇ ਬਚਨ ਸੁਣ ਰਹੇ ਹਨ। ਉਤਰ ਤਿਨ ਕੋ ਦੇਨਾ ਕੋ ਕਰੀ ਮਿਸ਼ਟ ਵਡ ਜਾਣੈ ਸੋ। ਕਹਿੰਦੇ ਉੱਤਰ ਨਹੀਂ ਦਿੱਤਾ, ਬਹੁਤ ਗਲਤ ਸ਼ਬਦ ਬੋਲੇ ਚੰਦੋ ਰਾਣੀ ਬੀਬੀ ਨੇ, ਪਰ ਨਹੀਂ, ਨਾ ਤਾਂ ਬੇਬੇ ਨੇ ਉਫ ਕੀਤੀ, ਨਾ ਭਾਈਆ ਜੈ ਰਾਮ ਜੀ ਨੇ ਕੀਤੀ। ਸਾਰੇ ਐਨ ਆਨੰਦ ਦੇ ਵਿੱਚ ਹਨ। ਦੋਹਰਾ ਦੌਲਤ ਖਾਨ ਨਰੇਸ਼ ਤਨ ਤੇਜ ਦਇਓ ਤੇ ਕਾਲ। ਉਧਰੋਂ ਕਹਿੰਦੇ ਨਵਾਬ ਦੌਲਤ ਖਾਨ ਨੇ 760 ਰੁਪਈਏ ਬੇਬੇ ਨਾਨਕੀ ਦੇ ਘਰ ਭੇਜ ਦਿੱਤੇ ਕਿਸੇ ਨੌਕਰ ਹੱਥ। ਅਸੀਂ ਅਧਿਕ ਪੁਨ ਤੀਨ ਸੈ ਅਨੇ ਨਿਕਟ ਗੋਪਾਲ। ਔਰ ਕਹਿੰਦੇ ਹਨ 380 ਰੁਪਈਏ ਜਿਹੜੇ ਹਨ ਉਹ ਲੈ ਕੇ ਗੋਪਾਲ ਜੀ ਨੇੜੇ ਆ ਗਏ। ਚੌਪਈ ਲੀਨ ਜਨਾਬ ਹਾਥ ਸੁਦਰਬਾ ਜੈ ਸਲਖਣੀ ਢਿਗਦੇ ਸਰਬਾ। ਕਹਿੰਦੇ ਭਾਈਆ ਜੈ ਰਾਮ ਜੀ ਨੂੰ ਕਹਿੰਦੇ ਆ ਜਿਹੜੇ 380 ਰੁਪਈਏ ਆ ਇਹ ਮਾਤਾ ਸੁਲੱਖਣੀ ਜੀ ਨੂੰ ਫੜਾ ਦਿਓ। ਅਰਦ ਰਹੇ ਸੁਖਾਨੰਦਰ ਪਲ ਦਈ ਫਕੀਰਨ ਜਹਾਂ ਬਿਸਲ। ਜਿਹੜੇ ਬਾਕੀ ਬਚਦੇ ਨੇ 760 ਚੋਂ 380 ਕੱਢ ਦਈਏ ਤੇ ਬਾਕੀ ਕਿੰਨੇ ਰਹਿ ਗਏ? 450 ਆਖੋ ਸਤਨਾਮ। ਤੇ ਉਹ ਜਿਹੜੇ ਬਾਕੀ ਸੀ ਮਹਾਰਾਜ ਨੇ ਬਚਨ ਕੀਤਾ ਸੀ ਨਾ, ਨਵਾਬ ਦੌਲਤ ਖਾਂ ਜਦੋਂ ਨਮਾਜ਼ ਪੜ੍ਹੀ ਤੇ ਮਹਾਰਾਜ ਦਾ ਸਿੱਖ ਹੋ ਗਿਆ ਸੀ। ਉਹ ਕਹਿੰਦਾ ਮਹਾਰਾਜ ਮੈਨੂੰ ਸਿੱਖੀ ਦਾ, ਮੇਰੀ ਝੋਲੀ 'ਚ ਸਿੱਖੀ ਪਾ ਦਿਓ। ਤੇ ਮਹਾਰਾਜ ਕਹਿੰਦੇ ਨਮਾਜ਼ਾਂ ਨਹੀਂ ਪੜ੍ਹਿਆ ਕਰਨੀਆਂ। ਕਹਿੰਦੇ ਮਹਾਰਾਜ ਅੱਜ ਤੇ ਉਹ ਨਮਾਜ਼ ਪੜ੍ਹਾਤੀ ਜਿਹੜੀ ਮੁੜ ਕੇ ਪੜ੍ਹਨ ਦੀ ਲੋੜ ਹੀ। ਮਹਾਰਾਜ ਮੈਂ ਤੁਹਾਡਾ ਸਿੱਖ ਤੇ ਮੈਨੂੰ ਹੁਣ ਸ਼ਬਦ ਦਿਓ ਕੋਈ, ਮੈਂ ਉਹ ਪੜ੍ਹਿਆ ਕਰੂੰਗਾ। 5 ਨਮਾਜ਼ਾਂ ਪੜ੍ਹਨ ਵਾਲੇ ਨੂੰ ਮਹਾਰਾਜ ਨੇ ਆਖਿਆ ਸੀ ਆਪਣੇ ਹਿਰਦੇ 'ਚ ਈਰਖਾ ਨਹੀਂ ਰੱਖਣੀ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ। ਇਤਿਹਾਸ ਕਹਿੰਦਾ ਏ 5 ਨਮਾਜ਼ਾਂ ਛੱਡਤੀਆਂ ਨਵਾਬ ਨੇ, ਸਤਨਾਮ ਜਪਣ ਲੱਗ ਪਿਆ। ਭਾਈ ਸਾਹਿਬ ਜਪਾ ਰਹੇ ਸੀ ਨਾ ਜਦੋਂ ਆਪਾਂ ਆਏ ਕਥਾ ਤੋਂ ਪਹਿਲਾਂ, ਮਹਾਰਾਜ ਕਹਿੰਦੇ ਇਦਾਂ ਜਪਿਆ ਕਰ ਤੇ ਨਾਲੇ ਜਪਾਇਆ। ਇਹ ਕਿਤੇ ਛੋਟੀ ਚੀਜ਼ ਨਹੀਂ ਜੇ ਸਤਨਾਮ ਵਾਹਿ, ਇਹ ਬਹੁਤ ਵੱਡੀ ਬਖਸ਼ਿਸ਼ ਹੈ। ਇਹਨੂੰ ਮਹਾਰਾਜ ਐਵੇਂ ਨਾ ਸਮਝ ਲਿਓ ਕਿਤੇ ਇਹ ਦਰਗਾਹੀ ਟਿਕਟਾਂ ਜੇ ਨਾ ਚੱਲਦਾ ਮਹਾਰਾਜ ਦਾ ਉੱਥੇ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾ। ਜੰਮ ਵੀ ਸਲੂਟ ਮਾਰਦੇ ਸਤਨਾਮ, ਕਿਤੇ ਐਵੇਂ ਥੋੜਾ ਕਿਤੇ ਸਾਧੂ ਜਪਦੇ ਹੁਣ ਹਾਂ ਪੁੱਜੇ ਤੇ ਜੀ ਨਹੀਂ ਕਰਦਾ ਹਟਣ ਨੂੰ। ਬਾਬਾ ਜੱਗਾ ਜੀ ਜਦੋਂ ਵਿਆਹ ਹੁੰਦਾ ਨਾ ਮਾਤਾ ਦਮੋਦਰੀ ਦਾ, ਰਾਤ ਨੂੰ ਕਈ ਮਹਾਂਪੁਰਖ ਸੇਵਾ ਉਦੋਂ ਜਪਾਇਆ, ਅਸੀਂ ਲਾਗੇ ਬੈਠੇ ਇੱਦਾਂ ਜੀ ਕਰੇ ਜੀ ਮਹਾਂਪੁਰਖ ਹਟਣੀ ਨਾ, ਕਿਉਂਕਿ ਪੁੱਜਿਆ ਹੋਇਆ ਜਦੋਂ ਜਪਦਾ ਨਾ ਉਹਦਾ ਸਵਾਰਥ ਨਹੀਂ ਕੋਈ ਹੁੰਦਾ। ਆਪਾਂ ਤੇ ਗਿਣ ਕੇ ਤੇ ਵਾਹਿਗੁਰੂ ਕਹਿੰਦੇ ਵੀ 105 ਵਾਰੀ ਕਹਿਣਾ ਵਾ ਤੇ ਆਹ ਚੀਜ਼ ਦੇ ਦੇ, 25 ਵਾਰੀ ਕਹਿਣਾ ਤੇ ਆਹ ਚੀਜ਼ ਦੇ ਦੇ। ਮਹਾਰਾਜ ਕਹਿੰਦੇ ਤੂੰ ਲਾਲਚੀ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ। ਜਦੋਂ ਵੀ ਸੇਵਾ ਤੇ ਸਿਮਰਨ ਕਰਨੀ ਮੰਗ ਨਾ ਰੱਖਿਆ ਕਰੋ, ਇਹ ਸ਼ਬਦ ਨਾ ਕਿਆ ਕਰੋ ਮਹਾਰਾਜ ਮੈਂ ਇੰਨੇ ਪਾਠ ਕਰੂੰ ਮੇਰਾ ਆਹ ਕੰਮ ਕਰ ਦੇ। ਮਹਾਰਾਜ ਨੌਕਰ ਸਾਡੇ, ਮਾਲਕ ਆ ਮਾਲਕ, ਤੂੰ ਕਰਨਾ ਤੂੰ ਸ਼ੁਰੂ ਤੇ ਕਰ। ਜੋ ਜਨ ਤੁਮਰੀ ਭਗਤ ਕਰਨ ਤੇ ਆਪੇ ਸਵਾਰ ਦੇਣੇ ਕਾਰਜ। ਸੋ ਬਸਰ ਤੇ ਜੀਤਿਉ ਸਗਰਾ ਸਾਸ ਸਸੁਰ ਕੋ ਕਰਤਿਉ ਝਗੜਾ। ਕਹਿੰਦੇ ਸਾਰਾ ਦਿਨ ਪੂਰਾ ਝਗੜਾ ਕਰਦੇ ਸੱਸ ਸਹੁਰੇ ਦਾ ਨਾਨਕ ਜੀ ਦੇ ਨਾਲ ਤੇ ਸ਼ਾਮਾਂ ਪੈ ਗਈਆਂ। ਰਜਨੀ ਭਈ ਆਨ ਕਰ ਜਬਰੀ ਭੋਜਨ ਕਰ ਪੌੜੀ ਕਰ ਸਬਈ। ਆਹਾ ਧੰਨ ਮੇਰਾ ਬਾਬਾ, ਸਾਰੀ ਦਿਹਾੜੀ ਕਲੇ ਕਲੇਸ਼। ਧੰਨ ਮਹਾਰਾਜ, 12 ਘੰਟੇ ਕਲੇ 'ਚ ਰਹਿ ਲੂ ਕੋਈ। ਧੰਨ ਸੀ ਮੇਰੇ ਪਾਤਸ਼ਾਹ, ਹਿਰਦਾ ਕਿੰਨਾ ਠੰਡਾ। ਕਮਲ ਜਿਹੜਾ ਨਾ ਕਮਲ ਚਿੱਕੜ ਦੇ ਵਿੱਚ ਰਹਿੰਦਾ। ਇਸ ਕਰਕੇ ਬੜਾ ਕੁਝ ਇਸ ਕਥਾ 'ਚੋਂ ਲੱਭਾ। ਕਈ ਵਾਰੀ ਬੰਦਾ 100 ਪ੍ਰੋਬਲਮਾਂ ਘਰਾਂ 'ਚ ਹੁੰਦੀਆਂ, ਆਪਣਾ ਆਪ ਗਵਾ ਜਾਂਦਾ, ਮੁੜ ਕੇ ਨਹੀਂ ਆਉਣਾ। ਗੱਲ ਜ਼ੁਬਾਨ 'ਚੋਂ, ਤੀਰ ਕਮਾਨ 'ਚੋਂ, ਗੋਲੀ ਬੰਦੂਕ 'ਚੋਂ, ਬੰਦਾ ਜਹਾਨ 'ਚੋਂ ਮੁੜ ਕੇ ਨਹੀਂ ਜਿਉਂਦਾ। ਇਸ ਕਰਕੇ ਕਥਾ ਵੇਲੋ ਬੰਦੇ ਨੂੰ ਕਿੰਨਾ ਕੁਝ ਸਿਖਾਉਂਦੀ। ਕਈ ਵਾਰੀ ਗੁੱਸੇ 'ਚ ਆ ਕੇ ਇੱਦਾਂ ਵੀ ਹੁੰਦਾ ਵੀ ਅੱਜ ਐਂਡ ਹੋ ਜਾਣਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੂੰ ਸਾਰਾ ਦਿਨ ਬੀਤ ਗਿਆ। ਇੱਦਾਂ ਖਿੜੇ ਰਿਹਾ ਜਿਵੇਂ ਕਮਲ ਚਿੱਕੜ 'ਚ ਖਿੜਿਆ। ਬਹੁਤ ਗਾਲਾਂ ਪਈਆਂ,
ਬਹੁਤ ਝਿੜਕਾਂ ਪਈਆਂ। ਫਿਰ ਬੇਬੇ ਜੀ ਕਹਿੰਦੇ ਹੁਣ ਤੇ ਬਸ ਕਰੋ, ਹਨੇਰਾ ਹੋ ਗਿਆ, ਹੁਣ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਅਰਣੰਗਤ ਉਠਿਆਰ ਤਿਆਰੀ ਗਵਨੇ ਜੈ ਸਰਤਾ ਬਰਬਾਰੀ। ਕਹਿੰਦੇ ਜਲ ਪਾਣੀ ਛਕ ਕੇ ਸੌਂ ਗਏ ਤੇ 12 ਵਜੇ ਤੋਂ ਰਾਤ ਟੱਪੀ ਤੇ ਮੇਰੇ ਨਾਨਕ ਪਾਤਸ਼ਾਹ ਸ਼ਾਵਾਂ ਦੇ ਸ਼ਾਹ ਦੀਨਾ ਬੰਧੂ ਸਤਿਗੁਰੂ ਉੱਠੇ ਤੇ ਵਹੀਂ ਵੱਲ ਨੂੰ ਚਾਲੇ ਪਾ ਦਿੱਤੇ। ਅਰਦਾਤਨ ਮੁਖ ਜਲ ਪਖਾਰਾ ਪੁਨ ਮੰਜਨ ਕੀ ਵੇ ਮਜਾਰਾ। ਜਿੱਥੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ, ਉਹ ਬੇਰੀ ਦੇ ਕੋਲ ਵਗਦੀ ਸੀ ਵਹੀਂ। ਉੱਥੇ ਬਾਬਾ ਜੀ ਨੇ ਦਾਤਨ ਕੀਤੀ। ਦਾਤਨ ਕਰਕੇ ਤੇ ਵੇਈ ਨਦੀ ਦੇ ਵਿੱਚ ਚੁੱਭਾ ਮਾਰਿਆ। ਵਹਿ ਨਿਕਸ ਕਰ ਪਹੁੰਚ ਸਰੀਰਾ ਕੀਨ ਕੋ ਪੀਨੈ ਗੁਨੀ ਗਹੀਰਾ। ਸੋ ਸਾਧ ਸੰਗਤ ਜੀ, ਬੜਾ ਕੁਝ ਗਵਾ ਲਿਆ ਆਪਾਂ। ਉਦੋਂ ਵੇਖੋ ਕੁਦਰਤ ਸਾਫ਼ ਸੀ, ਵਾਤਾਵਰਨ ਬੜਾ ਪਿਆਰਾ ਸੀ, ਪ੍ਰਦੂਸ਼ਣ ਹੈ ਨਹੀਂ ਸੀ। ਤੇ ਜਦੋਂ ਮੰਨ ਲਓ ਵਹੀਂ ਦੇ ਵਿੱਚ ਮਾਰੇ ਦਾਤਨ ਕੰਢੇ ਤੇ ਤੜਕੇ ਤੜਕੇ ਸੈਰ ਕਰੋ, ਬਿਮਾਰ ਨਹੀਂ ਹੋਵੋਗੇ। 1 ਮਿੰਟ ਲਾਉਂ ਤੁਹਾਡਾ ਹੋਣਾ। ਫਿਰ ਉੱਥੇ ਚੁੱਭੀ ਮਾਰਦੇ ਸੀ, ਤਾਜ਼ੀ ਹਵਾ ਮਿਲਦੀ ਸੀ। ਤੇ ਹੁਣ ਆਪਣੀ ਕੋਠੀ 'ਚ ਬਾਥਰੂਮ ਅਟੈਚ। ਤੇ ਪਹਿਲਾਂ ਹੁਣ ਮਾਰੇ ਮਾਫ ਕਰੀਏ ਇਹਨੂੰ ਦੂਜੇ ਬੰਨ, ਪਹਿਲਾਂ ਆਪਾਂ ਗੰਦਗੀ ਪਾਈ ਦੀ ਤੇ ਉਸੇ ਗੰਦਗੀ ਤੋਂ ਬਾਅਦ ਆਪਾਂ ਇਸ਼ਨਾਨ ਕਰੀਦਾ। ਤੇ ਜਿੰਨੇ ਚਿਰ ਆਪਾਂ ਇਸ਼ਨਾਨ ਕਰਦੇ ਆ ਉਹਨਾਂ ਚਿਰ ਜਿੰਨੀ ਗੰਦਗੀ ਸਾਰੀ ਦਿਮਾਗ ਨੂੰ ਚੜ੍ਹ ਜਾਂਦੀ। ਤਾਂ ਕਰਕੇ ਹੁਣ ਆਪਣਾ ਸਿਸਟਮ ਖਤਮ ਹੋ ਜਾਣਾ ਹੌਲੀ ਹੌਲੀ। ਇਹ ਚੀਜ਼ਾਂ ਬਹੁਤ ਜ਼ਰੂਰੀ ਸੀ। ਆ ਜਿਹੜੀ ਆਪਾਂ ਕਹਿੰਦੇ ਨਾ ਵੀ ਦੂਜਾ ਅਟੈਚ ਬਾਥਰੂਮ, ਸਭ ਤੋਂ ਵੱਡੀ ਮੌਤ ਹੈ ਅੱਜ ਦੀ ਦੁਨੀਆ ਦੀ। ਤਾਈਓ ਖਤਮ ਹੁੰਦੇ ਜਾਂਦੇ ਲੋਕ, ਬਿਮਾਰੀਆਂ, ਦਵਾਈਆਂ ਇੰਨੀਆਂ। ਇਹ ਚੀਜ਼ਾਂ ਬੜੀਆਂ ਜ਼ਰੂਰੀ ਵੇਖਣ ਵਾਲੀਆਂ। ਬਹੁਤ ਬੁਰਾ, ਇਹ ਤਾਜ਼ੀ ਆਕਸੀਜਨ ਨਹੀਂ ਮਿਲਦੀ ਆਪਾਂ ਨੂੰ। ਚਾਰੇ ਪਾਸੇ ਪੱਥਰ ਲੱਗਾ ਪਿਆ, ਨਾ ਵਿਹੜੇ 'ਚ ਰੁੱਖ ਹੈਗਾ ਕਿਸੇ ਦੇ। ਆ ਤਕਰੀਬਨ ਹੀ ਤੁਸੀਂ ਜਿੰਨੇ ਬੈਠੇ ਆ ਤੁਹਾਡੇ 'ਚੋਂ 4-5 ਹਿੱਸੇ ਹੋਣਗੇ ਜਿਨ੍ਹਾਂ ਦੇ ਘਰੇ 2-3 ਰੁੱਖ ਆ। ਨਹੀਂ ਤੇ ਤਕਰੀਬਨ ਹੀ ਕੋਠੀ ਇੱਦਾਂ ਦੀ ਸਿਸਟਮ ਕਰਤਾ ਵੀ ਵਿਹੜਾ ਪੱਕਾ ਤੇ ਅੰਦਰੋਂ ਐ ਦੋਹਰੇ ਏਸੀ। ਨਿਰੀ ਬਿਮਾਰੀ ਆ ਬਹੁਤ ਵੱਡੀ। ਇਹ ਗੰਦੀ ਹਵਾ ਇਕੱਠੀ ਕਰ ਕਰਕੇ ਉਹ ਅੰਦਰ ਜਾ ਰਹੀ ਆ, ਬਾਹਰ ਨਿਕਲ ਰਹੀ ਆ। ਉਹ ਵਾਸ਼ਰੂਮ ਜਿਹੜਾ ਉਹ, ਇਹ ਤਾਂ ਤੁਸੀਂ ਆਪ ਸਿਆਣੇ ਆ। ਤਾਈਓ ਰੋਗੀ ਹੋ ਗਏ ਆਪਾਂ ਅੱਜ ਕੱਲ੍ਹ। ਨਿਗਾਹ ਘਟ ਗਈ, ਦਿਮਾਗ ਗਿਆ, ਸਰੀਰ ਖਤਮ। ਇਹ ਮੈਂ ਤਾਂ ਸ਼ਬਦ ਵਿੱਚੋਂ ਕੱਢਿਆ ਵੀ ਪਹਿਲਾਂ ਲੋਕੀ ਸੂਇਆਂ ਨਹਿਰਾਂ ਬਾਹਰ ਤੜਕੇ ਤੜਕੇ ਜਾਣਾ, ਠੰਡੀ ਹਵਾ ਆ ਮੁੱਖ ਰਾਹੀਂ ਅੰਦਰ ਫੇਫੜਿਆਂ ਤੇ ਆਪਣੀ ਆ ਸਾਰੀ ਕਿਡਨੀ ਵਗੈਰਾ, ਉਹ ਜਦੋਂ ਅੰਦਰ ਤਾਜ਼ੀ ਹਵਾ ਜਾਂਦੀ ਨਾ ਫਿਰ ਬਾਹਰ ਨਿਕਲਦੀ, ਬਾਹਰੋਂ ਫਿਰ ਤਾਜ਼ੀ। ਤੇ ਮੰਨ ਲਓ ਇੱਕ ਜਿੱਦਾਂ ਆਪਾਂ ਭਾਂਡਾ ਸਾਫ਼ ਕਰੀਦਾ, ਆਪਣੀ ਬਾਡੀ ਫਰੈਸ਼ ਹੁੰਦੀ ਸੀ। ਹੁਣ ਗੰਦਗੀ ਅੰਦਰ ਤੁਰੀ ਜਾਂਦੀ, ਗੰਦਗੀ ਬਾਹਰ, ਉਹ ਸਾਰਾ ਕੁਝ ਜਿਹੜਾ ਡੈਮੇਜ ਕਰੀ ਜਾਂਦੀ ਹੈ। ਰੋਗ ਨਵੇਂ ਤੋਂ ਨਵੇਂ ਤਿਆਰ ਹੁੰਦੇ, ਉਹ ਬਿਮਾਰੀਆਂ ਡਾਕਟਰ ਕੱਢ ਦਿੰਦੇ ਟੈਸਟ 'ਚ ਜਿਹਦਾ ਨਾਂ ਹੀ ਨਹੀਂ ਕਦੇ ਸੁਣਿਆ। ਆਖੋ ਸਤਨਾਮ। ਤੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹ ਸਾਰਾ ਕਾਰਨ, ਇਹ ਪ੍ਰੋਗਰਾਮ ਇੱਦਾਂ ਹੀ ਬਣ ਗਿਆ ਹੋਣਾ। ਤੜਕੇ ਸੈਰ ਕਰ ਲਿਆ ਕਰੋ, ਜੇ ਬਚਣਾ ਨੇ ਬੌਲੀ ਸਾਹਿਬ ਆ ਜਾਇਆ ਕਰੋ। ਨਾਲੇ ਤੇ ਸਵੇਰੇ 5 ਵਜੇ ਪ੍ਰਕਾਸ਼ ਹੁੰਦਾ, ਫੁੱਲਾਂ ਦੀ ਵਰਖਾ ਮਾਰੇ ਤੇ ਕਰਕੇ ਨਾਲੇ ਸੈਰ ਹੋ ਜੂ, ਬਾਜੋਗੇ। ਤੇ ਬਾਕੀ ਧਿਆਨ ਨਾਲ, ਚੋਰ ਵੀ ਬੜੇ ਜੇ ਆਖੋ ਸਤਨਾਮ। ਇਹ ਵੀ ਪਹਿਲਾਂ ਹੀ ਕਹਿਣਾ ਪੈਂਦਾ ਹੈ। ਇਸ ਕਰਕੇ ਵੈਸੇ ਤੜਕੇ ਬਹੁਤ ਘੱਟ ਚੋਰ ਉੱਠਦਾ, ਕਿਉਂਕਿ ਇਹ ਸਾਰੇ ਅਮਲੀ ਜਿਹੜੇ 12 ਵਜੇ ਤੋਂ ਬਾਅਦ ਉੱਠ ਨਹੀਂ ਸਕਦੇ। ਕਿਉਂਕਿ ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ, ਉਸ ਵੇਲੇ ਰੱਬ ਦੇ ਪਿਆਰੇ ਬਖਸ਼ਿਸ਼ ਨਾਲ ਭਰੇ ਹੁੰਦੇ। ਕਿਉਂਕਿ 12 ਵਜੇ ਤੋਂ ਬਾਅਦ ਨੀਂਦ ਐਡਾ ਜ਼ੋਰ ਪਾਉਂਦੀ, ਉਦੋਂ ਚੰਗੇ ਭਲੇ ਅਮਲੀ ਬਣ ਜਾਂਦੇ ਤੇ ਅਮਲੀਆਂ ਨੇ ਕੀ ਉੱਠਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ 12 ਵਜੇ ਪਹਿਲੇ ਪੈਰ ਸਿੱਧੇ ਮਹਾਰਾਜ ਗਏ ਹੱਟ ਬੇਬੇ ਦੇ ਘਰ ਅੰਦਰ ਹੈ। ਅੰਦਰੋਂ ਮਹਾਰਾਜ ਕਿੱਥੇ ਵਹੀਂ ਤੇ ਉੱਥੇ ਪਹੁੰਚ ਗਏ। ਸਾਰਾ ਟੱਬਰ ਸੁੱਤਾ, ਮਹਾਰਾਜ ਦੇ ਸੱਸ ਵੀ ਸੁੱਤੀ, ਘਰਾੜੇ ਮਾਰਨ ਦੀ ਗਾਲਾਂ ਕੱਢ ਕੇ ਆ ਸਤਨਾਮ। ਰੱਬ ਨੂੰ ਮੰਦਾ ਬੋਲ ਕੇ ਖਾ ਕੇ 25-26 ਪ੍ਰਸ਼ਾਦੇ ਤੇ ਮਹਾਰਾਜ ਸਾਹਿਬ ਜੀ ਉੱਠ ਗਏ ਅੰਮ੍ਰਿਤ ਵੇਲੇ। ਕਿੰਨਾ ਪਿਆਰੀ ਮੇਰੇ ਗੁਰੂ ਨਾਨਕ ਦੀ ਰੂਹ ਹੈ। ਕੋਈ ਜੋ ਮਰਜ਼ੀ ਕਹੀ ਜਾਵੇ, ਮਹਾਰਾਜ ਦੇ ਮੱਥੇ ਤੇ ਤੇੜੀ ਨਹੀਂ ਸੀ ਪਈ। ਭਾਵੇਂ ਹੱਥ ਕੜੀਆਂ ਲੱਗ ਗਈਆਂ ਜੇਲਾਂ 'ਚ, ਉੱਥੇ ਵੀ ਹੱਸਦੇ ਰਹੇ। ਮਰਦਾਨਾ ਕਹਿੰਦਾ ਹੱਸਲਾ ਹੱਸਲਾ, ਹੁਣ ਮਗਰ ਨਹੀਂ ਆਉਣਾ ਕਿਸੇ ਨੇ। ਨਾ ਕੋਈ ਦਲੀਲ, ਨਾ ਵਕੀਲ, ਨਾ ਅਪੀਲ, ਕਿਸੇ ਨੇ ਛਡਾਉਣਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਆਓ ਇਹ ਕਰਤਾਰ ਬੈਠਾ, ਤੈਨੂੰ ਯਕੀਨ ਨਹੀਂ ਉਹਦੇ ਤੇ? ਜਿਹਦੀ ਰਬਾਬ ਵਜਾਉਣਾ ਏ ਉਹ ਭਲੀ ਕਰੂਗਾ, ਉਹ ਆਪ ਹੀ ਛਡਾਊਗਾ। ਹਰ ਕੀ ਬਾਂਦੀ ਭਗਤ ਛਡਾਵੇ, ਬੱਦੀਆਂ ਛਡਾਉਣ ਵਾਲਾ ਵੀ ਆਪ ਹੈ। ਕਹਿੰਦੇ ਮਾਰੇ ਸੱਚੇ ਪਾਤਸ਼ਾਹ ਚੁੱਭਾ ਲਾ ਕੇ ਫਿਰ ਵਹੀਂ ਚੋਂ ਬਾਹਰ ਆਏ ਹਨ।
ਗਰੀਬ ਨਵਾਜ ਜੀ ਨੇ ਸਰੀਰ ਨੂੰ ਪੂੰਝਿਆ ਹੈ ਕੱਪੜੇ ਨਾਲ, ਫਿਰ ਆਪਣੇ ਨਵੇਂ ਬਸਤਰ ਜਿਹੜੇ ਪਾਏ ਹਨ। ਇਕ ਯੁੱਧ ਵਿੱਚ ਧਿਨ ਅਨੰਤ ਰੁਕਾ, ਦੇਉ ਜਗਤ ਅਨੰਤ ਸੁਕਾ। ਔਰ ਕਹਿੰਦੇ ਹਨ ਕਿ ਇਸ ਤਰ੍ਹਾਂ ਜਿੱਥੇ ਮਾਰੇ ਖੜੇ ਸੀ ਉੱਥੇ ਕੋਈ ਰੌਲੇ ਦੀ ਆਵਾਜ਼ ਆਈ। ਜਾਂਚੇ ਕਿਤਕ ਨਹੀਂ ਤੇ ਪਾਸੀ, ਦਿਵਜ ਕੀ ਦਸ਼ਾ ਦੇਖੀ ਅਬਿਨਾਸੀ। ਕਹਿੰਦੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਸ ਖੱਤਰੀ ਤੇ ਇੱਕ ਬ੍ਰਾਹਮਣ ਦੀ ਗਊ ਨੂੰ ਆਉਣ ਤੋਂ ਰੋਕਿਆ। ਭਾਵ ਸਵੇਰੇ ਸਵੇਰੇ ਰੌਲਾ ਪੈ ਰਿਹਾ ਹੈ। ਚੌਕਾ ਧੋਤੀ ਟਿੱਕਾ ਮਾਲਾ, ਭਲੇ ਬਣਾਉ ਰੱਖਿਓ ਕਿਰਪਾਲਾ। ਔਰ ਕਹਿੰਦੇ ਹਨ ਕਿ ਉਸ ਵੇਲੇ ਜਿਹੜਾ ਬ੍ਰਾਹਮਣ ਸੀ ਉਹਨੇ ਧੋਤੀ ਤੇ ਟਿੱਕਾ ਜਪਮਾਲੀ ਪਹਿਨ ਕੇ ਰੱਖੀ ਸੀ। ਵਿਪਰ ਗਊ ਕੀ ਮੋਚਨ ਰੋਕਾ, ਤਿਸ ਪਰ ਸ੍ਰੀ ਗੁਰ ਕਯੋ ਸ਼ਲੋਕਾ। ਔਰ ਇਸ ਤਰ੍ਹਾਂ ਕਰਕੇ ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਕੌਤਕ ਵੇਖਿਆ। ਇਹ ਗੁਰੂ ਮਹਾਰਾਜ ਜੀ ਦੀ ਰਹਿਮਤ ਹੋਣ ਲੱਗੀ ਹੈ। ਆਸਾ ਦੀ ਵਾਰ ਆਰੰਭ ਹੋਣ ਲੱਗੀ। ਆਖੋ ਸਾਰੇ ਇਹ ਤੇ ਚਲੋ ਪੱਕੇ ਪ੍ਰਮਾਣ ਨਹੀਂ, ਇਹ ਸ਼ਬਦ ਸਾਰੇ ਕਹਿੰਦੇ ਆ ਵੀ ਆਸਾ ਦੀ ਜਿਹੜੀ ਵਾਰ ਹੈ ਨਾ, ਇਹ ਮਹਾਰਾਜ ਜੀ ਨੇ ਉਚਾਰੀ ਹੈ ਪਾਕ ਪਟਨ, ਤੇ ਕੁਛ ਜਿਹੜੀਆਂ 19 ਕੁ ਪੌੜੀਆਂ ਜਿਹੜੀਆਂ ਉਹ ਸੇਠ ਕਰੋੜੀ ਮੱਲ ਦੀ ਡਿਉੜੀ ਦੇ ਵਿੱਚ ਉਚਾਰੀਆਂ। ਕੁਝ ਇਤਿਹਾਸਕਾਰਾਂ ਦੀ ਦੇਣ ਹੈ, ਆਪਾਂ ਚਲੋ ਇੰਨੇ ਵਿਦਵਾਨ ਨਹੀਂ, ਪਰ ਇੱਕ ਹੈਰਾਨੀ ਦੀ ਸਮਝ ਆਉਂਦੀ ਨਹੀਂ ਮੈਨੂੰ। ਤੁਸੀਂ ਵੀ ਸਿਆਣੇ ਹੋ, ਥੋੜ੍ਹਾ ਜਿਹਾ ਦੁਬਿਧਾ ਜੀ ਬਣ ਜਾਂਦੀ ਆ ਜਦੋਂ ਆਪਾਂ ਇਹ ਚੀਜ਼ ਵੇਖਦੇ ਆ ਵੀ ਗੁਰਬਾਣੀ ਦੀ ਆਰੰਭਤਾ ਕਿੱਥੇ ਹੋਈ ਆ। ਸੁਲਤਾਨਪੁਰ ਮੜੀਆਂ 'ਚ ਮੂਲ ਮੰਤਰ ਆਇਆ, ਤੇ ਦੂਜਾ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਬਾਅਦ 'ਚ ਆਉਂਦੇ, ਤੇ ਪਹਿਲਾਂ ਜਦੋਂ ਜਨੇਊ ਮਹਾਰਾਜ ਨੂੰ ਪਾਉਣ ਲੱਗੇ ਸੀ ਗੁਰਬਾਣੀ ਤੇ ਉੱਥੇ ਵੀ ਉਚਾਰੀ ਸੀ। ਇਹ ਮੈਂ ਕਿਸੇ ਗਿਆਨੀ ਬੰਦੇ ਨਾਲ ਚਰਚਾ ਕੀਤੀ, ਉਹਨੇ ਵੀ ਕੋਈ ਮੈਨੂੰ ਜਵਾਬ ਨਹੀਂ ਸਹੀ ਦਿੱਤਾ। ਮੈਂ ਤੇ ਬੱਚਾ ਇਹ ਕਨਫਿਊਜ਼ ਜਿਹਾ ਹੋ ਜਾਂਦਾ ਨਾ, ਇਹ ਪਤਾ ਆਪਾਂ ਮੈਂ ਹਰ ਕਿਤੇ ਕਹਿੰਦਾ ਵੀ ਗੁਰਬਾਣੀ ਦੀ ਆਰੰਭਤਾ ਬੇਰ ਸਾਹਿਬ ਸੰਤ ਘਾਟ ਤੋਂ ਹੋਈ ਆ, ਪਰ ਜਦੋਂ ਉੱਥੇ ਮਹਾਰਾਜ ਨੂੰ ਜਨੇਊ ਪਾਉਣ ਆਏ ਉਹ ਤਾਂ ਪਾਕਿਸਤਾਨ ਦੀ ਕਥਾ ਵਾ। ਤੇ ਉੱਥੇ ਜਦੋਂ ਮਹਾਰਾਜ ਨੂੰ ਧਾਗਾ ਪਾਇਆ ਤੇ ਮਹਾਰਾਜ ਨੇ ਬਚਨ ਕਿਹਾ ਸੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ। ਇਹ ਸ਼ਬਦ ਫਿਰ ਪਹਿਲਾਂ ਉਚਾਰੇ ਹੈ, ਤੇ ਬਾਅਦ ਵਿੱਚ ਸੁਲਤਾਨਪੁਰ ਤੇ ਵੇਈ ਨਦੀ ਤੇ ਮੂਲ ਮੰਤਰ ਫਿਰ ਇਹੀ ਮੰਨਾਂਗੇ। ਔਰ ਇੱਥੇ ਫਿਰ ਮਹਾਰਾਜ ਜੀ ਨੇ ਹੁਣ ਬਹੁਤ ਵੱਡਾ ਸ਼ਲੋਕ ਉਚਾਰ ਦਿੱਤਾ ਹੈ ਆਸਾ ਦੀ ਵਾਰ ਦਾ, ਜਿਹੜਾ ਆਪਾਂ ਰੋਜ਼ ਰਾਗੀ ਸਿੰਘਾਂ ਤੋਂ ਸੁਣਦੇ। ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨਾ ਜਾਈ, ਧੋਤੀ ਟਿੱਕਾ ਤੈ ਜਪਮਾਲੀ, ਧਾਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜ੍ਹੇ ਕਿਤੇਬਾ, ਸੰਜਮ ਤੁਰਕਾ ਭਾਈ, ਛੋਡੀ ਲੈ ਪਖੰਡਾ, ਨਾਮ ਲੈ ਜਾਹੇ ਤਰੰਦਾ। ਮਹੱਲਾ ਪਹਿਲਾ। ਮਾਨਸ ਖਾਣੇ ਕਰੇ ਨਵਾਜ, ਛੁਰੀ ਵਗਾਇਣ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪਿਆਵੇ ਹੋਈ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਅਭਾਖਿਆ ਕਾ ਕੁੱਠਾ, ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ। ਇੱਕ ਕੱਲ ਸਿੰਘ ਸਾਹਿਬ ਨੇ ਮੈਨੂੰ ਫੋਨ ਕੀਤਾ, ਕਹਿੰਦੇ ਬਾਬਾ ਜੀ ਇੱਕ ਸਵਾਲ ਪੁੱਛਣਾ ਹੈਗਾ, ਪੁੱਛੋ। ਕਹਿੰਦੇ ਜਿਹੜੇ ਬੱਕਰੇ ਵੱਢਦੇ ਇਹਦਾ ਕੀ ਪਤਾ? ਮੈਂ ਕਿਹਾ ਭਰਾਵਾ ਮੈਨੂੰ ਨਹੀਂ ਇੰਨਾ ਪਤਾ, ਆਖੋ ਸਤਿਨਾਮ। ਇਹ ਤੇ ਜਿਹੜੇ ਵੱਢਦੇ ਉਹ ਇਹ ਦੁਬਿਧਾ ਵਾ ਕੌਮ ਵਿੱਚ, ਕਿਉਂਕਿ ਹਜ਼ੂਰ ਸਾਹਿਬ ਉੱਥੇ ਬੱਕਰਾ ਵੱਢ ਕੇ ਤੇ ਭੋਗ ਲੱਗਦਾ ਸ਼ਸਤਰਾਂ ਨੂੰ, ਤੇ ਉੱਥੇ ਕਿਸੇ ਨੇ ਇਹ ਕਿਹਾ ਤੇ ਉਹ ਕਹਿੰਦੇ ਬਾਜੋਂ ਤੇ ਚੰਗੀ ਗੱਲ ਹੈ। ਤੇ ਫਿਰ ਕਈ ਹੁਣ ਸਿੰਘ ਜਿਹੜੇ ਵਿੱਚੋਂ ਜੀ ਮੈਂ ਵੀ ਆਪਾਂ ਇੱਕੋ ਜਿਹੇ, ਇਹ ਦੁਬਿਧਾ ਨਹੀਂ ਨਿਕਲਦੀ, ਪੰਜਾਂ ਪਿਆਰਿਆਂ ਤੋਂ ਨਹੀਂ ਨਿਕਲਦੀ। ਉਹ ਵੀ ਅੰਮ੍ਰਿਤ ਛਕਾ ਕੇ ਕਹਿੰਦੇ ਕੁੱਠਾ ਨਹੀਂ ਖਾਣਾ, ਜਾਂ ਤਾਂ ਫਿਰ ਸਿੱਧਾ ਕਹਿਣ ਵੀ ਮਾਸ ਨਹੀਂ ਖਾਣਾ। ਹੁਣ ਜਿਹੜੀ ਸੰਗਤ ਸੁਣਦੀ ਰਹਿੰਦੀ ਉਹ ਫਿਰ ਪੁੱਛਦੇ ਆ, ਉਹ ਕਹਿੰਦੇ ਵੀ ਕਬੀਰ ਸਾਹਿਬ ਜੀ ਕਹਿੰਦੇ ਭਾਂਗ ਮਾਛਲੀ ਸੁਰਾ ਪਾਣ, ਜੋ ਜੋ ਪ੍ਰਾਨੀ ਖਾਏ। ਤੇ ਭੰਗ ਕਾਹਤੋਂ ਪੀਂਦੇ ਫਿਰ? ਸੁਰਾ ਪਾਣ ਸ਼ਰਾਬ ਹੋ ਗਈ, ਮਛਲੀ ਮੱਛੀ ਹੋ ਗਈ। ਵੀ ਜੇ ਮਾਸ ਦੀ ਬਣਾਈ ਇੱਕ ਪਾਸੇ ਧੁੰਦੇ ਵਰਗੇ ਸਾਫ਼ ਕਹਿ ਰਹੇ ਵੀ ਮੀਟ ਖਾਓ, ਕੋਈ ਚੱਕਰ ਹੀ ਨਹੀਂ। ਇਹ ਦੁਬਿਧਾ ਦੇ ਵਿੱਚ ਅਸੀਂ ਫਸੇ ਪਏ ਤੇ ਮਹਾਰਾਜ ਸੱਚੇ ਪਾਤਸ਼ਾਹ ਹੀ ਕੱਢਣ। ਮੈਂ ਤਾਂ ਜ਼ਿਕਰ ਕਰਤਾ ਵੀ ਕਈ ਸੰਗਤਾਂ ਭਾਵਨਾ ਵਾਲੀਆਂ ਪੁੱਛ ਲੈਂਦੀਆਂ। ਇਹ ਕੱਲ੍ਹ ਨੂੰ ਹੁਣ ਆਪਾਂ ਇਹਦੀ ਵਿਚਾਰ ਕਰਨੀ ਸ਼ਬਦ ਦੀ। ਗੁਰੂ ਸਾਹਿਬ ਕਿਰਪਾ ਕਰਨ, ਸਿਰ ਤੇ ਹੱਥ ਰੱਖਣ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਭਿੱਟੈ ਵੇ ਮਤ ਭਿੱਟੈ, ਇਹੋ ਅੰਨ ਸਾਡਾ ਫਿੱਟੈ। ਤਨ ਫਿੱਟੈ ਫੇੜ ਕਰੇਣ, ਮਨ ਜੂਠੈ। ਕਹੁ ਨਾਨਕ ਸੱਚ ਧਿਆਈਐ, ਸੋਚੋ ਐ
ਤਾਂ ਸੱਚ ਪਾਈਏ। ਬਹੁਤ ਪਿਆਰੀ ਬਾਣੀ, ਮਿੱਠੀ ਬਾਣੀ ਹੈ। ਕੱਲ ਨੂੰ ਇਸ ਸ਼ਬਦ ਦੇ ਵਿਚਾਰ ਆਪਾਂ ਕਰਨੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਬੜਾ ਆਨੰਦਮਈ ਇਤਿਹਾਸ ਹੈ। ਤੁਹਾਡਾ ਵੀ ਧੰਨਵਾਦ ਭਾਈ, ਜਿਹੜੇ ਆਪਣਾ ਕੀਮਤੀ ਸਮਾਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਮਹਾਰਾਜ ਦੇ ਲੇਖੇ ਲਾ ਰਹੇ ਹੋ। ਸਤਿਗੁਰੂ ਕਿਰਪਾ ਰਹਿਮਤ ਕਰਨ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ।